26 जनवरी ਨੂੰ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਲੇ ਯੁਵਰਾਜ ਸਿੰਘ ਵੱਲੋਂ ਪਿੰਡ ਤਾਰਾ ਸਿੰਘ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੁਆਏ ਗਏ ਨੇ। ਦੱਸਦੇ ਕਿ ਇਸ ਮੌਕੇ ਪਿੰਡ ਤਾਰਾ ਸਿੰਘ ਪੁੱਜੇ ਦੀਪ ਸਿੱਧੂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਰਦਾਰ ਯੁਵਰਾਜ ਸਿੰਘ ਅੱਜ ਸਿੰਘ ਸੱਜੇ ਨੇ, ਜਿਸ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੈ। ਨਾਲ ਹੀ ਉਹਨਾਂ ਕਿਸਾਨੀ ਅੰਦੋਲਨ ਤੇ ਬੋਲਦੇ ਹੋਏ ਕਿਹਾ ਕਿ ਸਾਡੀ ਕੌਮ ਹੋਂਦ ਦੀ ਲੜਾਈ ਲੜ ਰਹੀ ਹੈ। ਕੱਲ ਹਰਿਆਣਾ ਵਿੱਚ ਕਿਸਾਨਾਂ ਉੱਤੇ ਹੋਏ ਲਾਠੀ ਚਾਰਜ ਤੇ ਉਹਨਾਂ ਨੇ ਬੋਲਦਿਆਂ ਹੋਇਆ ਕਿਹਾ ਕਿ ਹਰਿਆਣਾ ਸਰਕਾਰ ਨੇ ਸਾਡੇ ਬਜ਼ੁਰਗ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਭਜਾ ਕੇ ਕੁੱਟਿਆ। ਉਹਨਾਂ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਵਾਲਾ ਕੰਮ ਕਰ ਰਹੀ ਹੈ, ਇੱਥੇ ਕੋਈ ਲੋਕਤੰਤਰ ਢਾਂਚਾ ਨਹੀਂ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸੰਘਰਸ਼ ਕਰਦੇ 1 ਸਾਲ ਦਾ ਸਮਾਂ ਹੋ ਚੱਲਿਆ, ਪਰ ਸਰਕਾਰ ਨੇ ਅੱਜ ਤੱਕ ਇਨਸਾਨੀਅਤ ਵਾਲੀ ਕੋਈ ਗੱਲ ਨਹੀਂ ਕੀਤੀ। ਉਹਨਾਂ ਕਿਹਾ ਹੈ ਕਿ ਹਰਿਆਣੇ ਵਿੱਚ ਵਾਪਰੀ ਘਟਨਾ ਨਾਲ ਸਭ ਦੇ ਹਿਰਦੇ ਵਿਲੁੰਦਰੇ ਗਏ ਨੇ, ਜਿਸ ਵਿੱਚ ਸਾਡੇ ਬਜ਼ੁਰਗਾਂ ਤੇ ਲਾਠੀ ਚਾਰਜ ਕੀਤਾ ਗਿਆ। ਮਕਸਦ ਤਾਂ ਜੀ ਇਹ ਆ ਵੀ ਜੁਗਰਾਜ ਸਾਡਾ ਸਿੰਘ ਸਜਿਆ ਹੈ ਨਾ, ਤੇ 26 ਜਨਵਰੀ ਨੂੰ ਜੋ ਵਰਤਾਰਾ ਵਾਪਰਿਆ, ਸਾਡੀ ਕੌਮ ਇੱਕ ਹੋਂਦ ਦੀ ਲੜਾਈ ਲੜ ਰਹੀ ਆ। ਉਸ ਹੋਂਦ ਦਾ ਪ੍ਰਗਟਾਵਾ ਕਰਕੇ ਜੋ ਕੌਮ ਨੇ ਆਪਦਾ ਇੱਕ ਦਬਦਬਾ ਦਿਖਾਇਆ, ਸੋ ਉਸੇ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਨ ਵਾਸਤੇ ਪਾਠ ਆਰੰਭੇ ਗਏ ਸੀ ਤੇ ਅੱਜ ਅਰਦਾਸ ਹੋਈ ਆ, ਦੇਗ ਵਰਤੀ ਆ ਜੀ। ਉਸ ਤੋਂ ਬਾਅਦ ਤੇ ਅਸੀਂ ਗੁਰੂ ਸਾਹਿਬ ਨੂੰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ ਤੇ ਇਸੇ ਤਰ੍ਹਾਂ ਚੜ੍ਹਦੀ ਕਲਾ 'ਚ ਸਾਡੀ ਕੌਮ ਰਹੇ, ਸਾਡੇ ਕਿਸਾਨੀ ਸੰਘਰਸ਼ ਅਸੀਂ ਜਿੱਤ ਕੇ ਆਈਏ ਤੇ ਸਾਡੇ ਜੁਗਰਾਜ ਵਰਗੇ ਯੋਧੇ ਇਹੀ ਚੜ੍ਹਦੀ ਕਲਾ ਦਾ ਪ੍ਰਤੀਕ ਸਾਨੂੰ ਹਮੇਸ਼ਾ ਦਿੰਦੇ ਰਹਿਣ, ਤਾਂ ਕਿ ਆਉਣ ਵਾਲੀਆਂ ਨਸਲਾਂ ਵੀ ਇਹਨਾਂ ਗੱਲਾਂ ਤੋਂ ਪ੍ਰੇਰਿਤ ਹੋ ਸਕਣ। ਇਹੀ ਮਕਸਦ ਸੀ। ਜੋ ਕੱਲ ਜੀ ਹਰਿਆਣੇ ਦੇ ਵਿੱਚ ਭਾਣਾ ਵਾਪਰਿਆ, ਜਿਹੜੇ ਆਪਣੇ ਕਿਸਾਨ ਵੀਰ ਸਨ, ਪੰਜਾਬ ਦੇ ਸਨ, ਕੁਝ ਹਰਿਆਣੇ ਦੇ, ਪਰ ਜਿਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਭਜਾ ਕੇ ਕੁੱਟਿਆ, ਤੇ ਉਹਦੇ ਪਿੱਛੇ ਕੋਈ ਵਜ੍ਹਾ, ਕੋਈ ਜਿਸ ਤਰੀਕੇ ਦੇ ਨਾਲ ਐਸਾ ਤਾਂ ਨਹੀਂ ਹੈ ਵੀ ਜਿਹੜਾ ਇਲੈਕਸ਼ਨ ਆ ਰਿਹਾ 2022 ਦਾ ਵਿਧਾਨ ਸਭਾ ਵਾਲਾ, ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕਿਸਾਨਾਂ ਨੂੰ ਘੜੇੜਿਆ ਜਾਵੇ। ਦੇਖੋ, ਪਹਿਲੇ ਦਿਨ ਤੋਂ ਹੀ ਅਸੀਂ ਕਲੀਅਰ ਹਾਂ ਵੀ ਇਹ ਤਾਨਾਸ਼ਾਹੀ ਕੰਮ ਕਰ ਰਹੇ ਆ, ਹੈ ਨਾ। ਇੱਥੇ ਕੋਈ ਲੋਕਤੰਤਰ ਦਾ ਕੋਈ ਢਾਂਚਾ ਨਹੀਂ ਆ, ਇਹ ਤਾਨਾਸ਼ਾਹ ਬਣੇ ਹੋਏ ਆ। ਅੱਜ ਸਾਲ ਦੇ ਕਰੀਬ ਹੋਣ ਆ ਗਿਆ, ਤੁਸੀਂ ਵੇਖੋ, ਹੈ ਨਾ, ਸਾਲ ਤੋਂ ਉੱਤੇ ਹੋ ਗਿਆ ਜਦੋਂ ਕਿਸਾਨੀ ਸੰਘਰਸ਼ ਆਪਾਂ ਸ਼ੁਰੂ ਕੀਤਾ। ਇਹਨਾਂ ਨੇ ਕਿਸੇ ਤਰ੍ਹਾਂ ਕੋਈ ਇਨਸਾਨੀਅਤ ਵਾਲੀ ਗੱਲ ਕੀਤੀ ਆ? ਇੱਕ ਵੀ ਗੱਲ ਦੱਸ ਦਿਓ ਜੋ ਕੱਲ ਹੋਈ ਦੇਖ ਕੇ ਕਿੰਨਾ ਦਿਲ ਦੁਖੇ ਆ, ਹੈ ਨਾ। ਉਹੀ ਗੱਲ ਆ, ਹਿਰਦੇ ਵਿਲੁੰਦਰੇ ਗਏ ਜਦੋਂ ਸਾਡੇ ਬਜ਼ੁਰਗ ਇਹ ਜਿਸ ਤਰ੍ਹਾਂ ਉਹਨਾਂ ਨੇ ਲਾਠੀ ਚਾਰਜ ਕੀਤਾ। ਮੈਂ ਇੱਕ ਵਾਰੀ ਬਜ਼ੁਰਗਾਂ ਨੂੰ ਇਹ ਗੱਲ ਕਹਿਣਾ, ਤੁਸੀਂ ਨੌਜਵਾਨਾਂ ਨੂੰ ਹੋਕਾ ਤਾਂ ਦਿਓ, ਤੁਹਾਨੂੰ ਫਿਰ ਦਿਖਾਈਏ ਅਸੀਂ ਪੈਂਤਰੇ, ਹੈ ਨਾ। ਗੱਲ ਇਹ ਆ ਵੀ ਤੁਸੀਂ ਬੜਾ ਇਹਨਾਂ ਦੇ ਸਾਹਮਣੇ ਹੱਥ ਜੋੜ ਕੇ ਸੰਘਰਸ਼ ਕਰ ਲਿਆ। ਇੱਕ ਵਾਰੀ ਨੌਜਵਾਨਾਂ ਨੂੰ ਹੋਕਾ ਤਾਂ ਦਿਓ, ਫਿਰ ਇਹਨਾਂ ਨੂੰ ਵਾਹਣੀ ਨਾ ਪਾਈਏ, ਫਿਰ ਵੇਖਦੇ ਆ ਕਿਵੇਂ ਇਹ ਲਾਠੀ ਚਾਰਜ ਕਰਦੇ ਆ, ਹੁੰਦਾ ਕੀ ਆ। ਜਿਹੜਾ ਸੰਘਰਸ਼ ਆ ਤੁਹਾਡੇ ਵੱਲੋਂ 32 ਜਥੇਬੰਦੀਆਂ ਨਾਲ ਇਕੱਠੇ ਲੜਿਆ ਜਾ ਰਿਹਾ ਕਿ ਕੁਝ ਵਖਰੇਵਾਂ? ਨਹੀਂ ਜੀ, ਦੇਖੋ, ਵਿਚਾਰਾਂ ਦੇ ਵਖਰੇਵੇਂ ਹੋ ਸਕਦੇ ਆ, ਜਿਹੜੇ ਕਿ ਹੈਗੇ ਵੀ ਆ, ਪਰ ਸੰਘਰਸ਼ ਤਾਂ ਸਾਂਝਾ ਨਾ, ਇਕੱਠੇ ਲੜ ਰਹੇ ਆ। ਇਸੇ ਕਰਕੇ ਸ਼ੰਭੂ ਤੇ ਚਾਹੇ ਅੱਡ ਬੈਠੇ ਰਹੇ, ਕਿਉਂਕਿ ਉਦੋਂ ਪੰਜਾਬ ਦੀ ਧਰਤੀ ਤੋਂ ਸੰਘਰਸ਼ ਲੜਿਆ ਜਾ ਰਿਹਾ ਸੀ ਤੇ ਉਦੋਂ ਵੱਖ-ਵੱਖ ਧਰਨੇ ਪੰਜਾਬ 'ਚ ਸਾਰੀਆਂ ਥਾਵਾਂ ਤੇ ਲੱਗੇ ਹੋਏ ਸੀ। ਉਸੇ ਤਰ੍ਹਾਂ ਇੱਕ ਸ਼ੰਭੂ ਮੋਰਚਾ ਲੱਗਿਆ ਸੀ, ਪਰ ਜਿੱਦਾਂ ਦਿੱਲੀ ਗਏ ਆ ਕੋਈ ਵੱਖਰੀ ਸਟੇਜ ਨਹੀਂ ਲਾਈ, ਕਿਸੇ ਤਰ੍ਹਾਂ ਦਾ ਕੋਈ ਵਖਰੇਵਾਂ। ਜਦੋਂ ਮੈਨੂੰ ਉਹਨਾਂ ਨੇ, ਸਾਡੇ ਬਜ਼ੁਰਗਾਂ ਨੇ ਇਹ ਗੱਲ ਆਖੀ ਵੀ ਤੁਸੀਂ ਸਟੇਜ ਤੋਂ ਨਹੀਂ ਬੋਲਣਾ, ਮੈਂ ਕਿਹਾ ਸਿਰ ਮੱਥੇ, ਥੱਲੇ ਸੰਗਤ 'ਚ ਜਾ ਕੇ ਬੈਠੇ ਰਹੇ, ਹੈ ਨਾ। ਸੋ ਇਸ ਗੱਲ ਨੂੰ ਪ੍ਰਚਾਰਿਆ ਬਹੁਤ ਗਿਆ ਵੀ ਦੀਪ ਸਿੱਧੂ ਕੋਈ ਵੱਖ ਸੰਘਰਸ਼ ਲੜ ਰਿਹਾ ਨਹੀਂ, ਸੰਘਰਸ਼ ਸਾਂਝਾ। ਵਿਚਾਰਾਂ ਦਾ ਵਖਰੇਵਾਂ ਹੋ ਸਕਦਾ, ਬਿਰਤਾਂਤ ਵੱਖਰਾ ਹੋ ਸਕਦਾ, ਉਹਦੇ ਨਾਲ ਸੰਘਰਸ਼ 'ਚ ਅਸੀਂ ਪਾਟੋ ਧਾੜ ਹੋਈਏ ਜਾਂ ਵੱਖਰਾ ਸੰਘਰਸ਼ ਹੋਵੇ, ਉਹਦਾ ਮਤਲਬ ਇਹ ਕਦੇ ਵੀ ਨਹੀਂ। ਇੱਕ ਮਿੰਟ ਭਾਜੀ, ਇੱਕ ਅਹਿਮ ਸਵਾਲ ਹੈ, ਜਦੋਂ ਤੱਕ ਜੁਗਰਾਜ ਸਿੰਘ 26 ਜਨਵਰੀ ਨੂੰ ਝੰਡਾ ਚਲਾਉਂਦਾ ਹੈ, ਬਹੁਤ ਵਧੀਆ, ਆਪਾਂ ਸ਼ਾਬਾਸ਼ ਦਿੰਦੇ ਹਾਂ, ਪਰ ਉਹਦੀ ਜ਼ਿੰਮੇਵਾਰੀ ਲੈਣ ਲਈ ਕੋਈ ਜਥੇਬੰਦੀ ਤਿਆਰ ਨਹੀਂ ਹੁੰਦੀ ਬੜਾ ਚਿਰ, ਕਾਰਨ ਕੀ ਰਿਹਾ? ਇਹ ਦੇਖੋ ਤੁਸੀਂ, ਜਦੋਂ 26 ਜਨਵਰੀ ਨੂੰ ਖਾਲਸਾਈ ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਇੱਕ ਖਾਲੀ ਪੋਲ ਤੇ ਲਾਇਆ ਗਿਆ, ਹੈ ਨਾ, ਉਸ ਤੋਂ ਬਾਅਦ ਕੋਈ ਜਥੇਬੰਦਕ ਢਾਂਚਾ, ਕੋਈ ਕਿਸਾਨੀ ਜਥੇਬੰਦੀ ਜਾਂ ਕੋਈ ਸ਼ਖਸੀਅਤ ਸਾਡੇ ਹੱਕ 'ਚ ਆ ਕੇ ਨਹੀਂ ਬੋਲਦੀ। ਉਸੇ ਦਿਨ ਮੈਂ ਸੁਖਦੇਵ ਦੇ ਢਾਬੇ ਤੇ ਜਦੋਂ ਮੋਰਚੇ 'ਚ ਵਾਪਸ ਆਇਆ, ਟਰੈਕਟਰ ਤੇ ਬਹਿ ਕੇ ਹਿੰਦੀ 'ਚ ਸੰਬੋਧਨ ਕੀਤਾ ਵੀ ਅਸੀਂ ਕੁਝ ਗਲਤ ਨਹੀਂ ਕੀਤਾ। ਪੂਰੇ ਅਰਸੇ ਦੌਰਾਨ ਉਸ ਗੱਲ ਤੇ ਹੀ ਖੜੇ ਰਹੇ ਹਾਂ।
ਇਸੇ ਗੱਲ ਤੇ ਪਹਿਰਾ ਦਿੰਦੇ ਰਹੇ ਆ ਵੀ ਅਸੀਂ ਕੁਝ ਗਲਤ ਨਹੀਂ ਕੀਤਾ। ਇਹਦਾ ਹੁਣ ਸੁਣੋ ਕਾਰਨ। ਜਦੋਂ ਕਿਸਾਨ ਆਪਦਾ ਹੱਕ ਲੈਣ ਜਾਂਦੇ ਆ ਤੇ ਉਸ ਰੋਸ ਦਾ ਪ੍ਰਗਟਾਵਾ ਕਰਦੇ ਆ, ਜਿਹੜੀਆਂ ਅਸੀਂ ਕਹੀਏ ਸਪਿਰਿਟ ਦੇ ਥੱਲੇ ਸਾਡਾ ਸੰਘਰਸ਼ ਲੜਿਆ ਜਾ ਰਿਹਾ ਸੀ, ਕਿਸਾਨੀ ਸੰਘਰਸ਼, ਉੱਥੇ ਨਿਸ਼ਾਨ ਸਾਹਿਬ, ਕਿਸਾਨੀ ਝੰਡਾ ਤੇ ਤਿਰੰਗਾ, ਤਿੰਨ ਸਪਿਰਿਟਾਂ ਦੇ ਥੱਲੇ ਸਾਡਾ ਸੰਘਰਸ਼ ਲੜਿਆ ਜਾ ਰਿਹਾ ਸੀ। ਉਸ ਤਿੰਨੇ ਸਪਿਰਿਟਾਂ ਦਾ ਉੱਥੋਂ ਪ੍ਰਗਟਾਵਾ ਹੋਇਆ। ਤਿਰੰਗਾ ਪਿੱਛੇ ਝੂਲਦਾ ਸੀ, ਕਿਸੇ ਨੇ ਹੱਥ ਨਹੀਂ ਲਾਇਆ। ਨਿਸ਼ਾਨ ਸਾਹਿਬ ਤੇ ਕਿਸਾਨੀ ਝੰਡਾ ਇੱਕ ਖਾਲੀ ਪੋਲ ਤੇ ਲਾਤੇ। ਸਰਕਾਰ ਨੇ ਬਦਨਾਮ ਕਰਨ ਵਾਸਤੇ ਇੱਕ ਬਿਰਤਾਂਤ ਰਚਤਾ ਆਪਦੇ ਚੈਨਲਾਂ ਦੇ ਥਰੂ ਇਹ ਗੱਲ ਕਹਿਣੀ ਸ਼ੁਰੂ ਕਰਤੀ ਵੀ ਇਹ ਜਿਹੜਾ ਸਾਰਾ ਕੁਝ ਵਾਪਰਿਆ ਇੱਕ ਧਾਰਮਿਕ ਰੰਗਤ ਦੇਤੀ ਉਹਨੂੰ। ਸਾਡੇ ਬੰਦੇ ਉਨੀ ਗੱਲ ਤੋਂ ਘਬਰਾ ਕੇ ਸਾਥ ਨਹੀਂ ਦੇ ਸਕੇ। ਫਿਰ ਦੇਖੋ ਕਿਵੇਂ ਹੌਲੀ ਹੌਲੀ ਸਾਥ ਦਿੰਦੇ ਆਏ ਆ। ਫਿਰ ਕਿਵੇਂ ਪੈਰਵਾਈ ਸਟਾਰਟ ਹੋਈ, ਫਿਰ ਕਿਵੇਂ ਸਾਨੂੰ ਯੋਧਿਆਂ ਦੇ ਦਰਜੇ ਦਿੱਤੇ ਗਏ, ਉੱਦਾਂ ਹੀ ਗਦਾਰਾਂ ਦੇ ਸਰਟੀਫਿਕੇਟ ਵੰਡੇ ਗਏ, ਉੱਦਾਂ ਇਹ ਵੀ ਕਿਹਾ ਗਿਆ ਵੀ ਇਹ ਸਾਡੇ ਬੰਦੇ ਹੀ ਨਹੀਂ ਆ। ਸੋ ਗੱਲ ਨੂੰ ਸਮਝ ਕੇ ਉਸੇ ਵੇਲੇ ਗੱਲ ਤੇ ਪਹਿਰਾ ਦੇਣਾ ਤੇ ਆਪਦੇ ਬੰਦਿਆਂ ਦੇ ਨਾਲ ਖੜਨਾ, ਜੋਗਤੀ ਜਿੱਤ ਦੀ ਇਹ ਆ। ਜੇ ਅਸੀਂ ਉਸ ਵੇਲੇ ਨਹੀਂ ਖੜੇ, ਅੱਜ ਹਜੇ ਤੱਕ ਅਸੀਂ ਸੜਕਾਂ ਤੇ ਬੈਠੇ ਹਾਂ। ਜੇ ਉਸ ਵੇਲੇ ਖੜ ਜਾਂਦੇ ਤਾਂ ਉੱਦਾਂ ਹੀ ਸਾਡੇ ਹੱਕ 'ਚ ਫੈਸਲੇ ਆ ਜਾਣੇ ਸੀ। ਬੜੀ ਕਿਰਪਾ ਵਰਤ ਗਈ ਸੀ ਮਹਾਰਾਜ ਦੀ, ਤੇ ਉਸ ਕਿਰਪਾ ਨੂੰ, ਉਸ ਹੁਕਮ ਨੂੰ ਜੇ ਪਛਾਣ ਜਾਂਦੇ ਤਾਂ ਗੱਲ ਕੁਝ ਹੋਰ ਸੀ। 26 ਦੀ ਨਿਰਾਸ਼ਤਾ ਕਰਕੇ ਦੀਪਵੀਰ ਜੀ ਲੋਕ ਜਿਹੜੇ ਪੰਜਾਬ ਦੇ ਕਿਸਾਨ ਘਰਾਂ 'ਚ ਰੁਕੇ ਆ, ਉਹਨਾਂ ਇਲੈਕਸ਼ਨਾਂ ਕਰਕੇ ਤੇ ਉਹ ਜਿਹੜੇ ਆਪਣੇ ਅੱਜ ਦੇ ਰਾਜਨੀਤਿਕ ਬੰਦੇ ਆ, ਉਹਨਾਂ ਨੇ ਆਪਣੇ ਝੰਡੇ ਉਹਨਾਂ ਨੌਜਵਾਨਾਂ ਦੇ, ਕਿਸਾਨਾਂ ਦੇ ਹੱਥਾਂ 'ਚ ਫੜਾ ਦਿੱਤੇ। ਉਹਨਾਂ ਦੇ ਹੱਥਾਂ 'ਚ ਝੰਡੇ ਆਪਣੇ ਫੜਾ ਦਿੱਤੇ। ਕਿਹੜੇ ਜੀ? ਇਲੈਕਸ਼ਨ ਦੇ 2022 ਆ। ਦੇਖੋ ਗੱਲ ਇਹ ਆ ਨਾ, ਸਾਨੂੰ ਇਹ ਗੱਲ ਸਮਝਣੀ ਪਊਗੀ। ਇਹ ਮਸਲਾ ਹੀ ਪੋਲੀਟੀਕਲ ਆ। ਇਹ ਮਸਲਾ ਪੋਲੀਟੀਕਲ ਸਟਰਕਚਰਲ ਸ਼ਿਫਟ ਦਾ ਮਸਲਾ ਸਿਰਫ 3 ਖੇਤੀ ਕਾਨੂੰਨਾਂ ਤੱਕ ਸੀਮਤ ਨਹੀਂ ਆ। ਜਦੋਂ ਤੱਕ ਅਸੀਂ ਉਹ ਸਟਰਕਚਰਲ ਸ਼ਿਫਟ ਨਹੀਂ ਲੈ ਕੇ ਆਵਾਂਗੇ, ਖੁਦ ਮੁਖਤਿਆਰ ਨਹੀਂ ਹੁੰਦੇ, ਵੱਧ ਅਧਿਕਾਰ ਨਹੀਂ ਮਿਲਦੇ ਸਾਨੂੰ, ਖੁਦ ਮੁਖਤਿਆਰੀ ਦੀ ਅਸੀਂ ਗੱਲ ਕਰ ਰਹੇ ਹਾਂ ਨਾ, ਉਦੋਂ ਤੱਕ ਇਹੋ ਜਿਹੇ ਕਾਨੂੰਨ ਬਣਦੇ ਰਹਿਣਗੇ ਤੇ ਅਸੀਂ ਧਰਨੇ ਲਾ ਹੱਲ ਲੱਭਦੇ ਰਹਾਂਗੇ। ਹੱਲ ਨਹੀਂ ਸਾਨੂੰ ਮਿਲਣਾ। ਸਾਨੂੰ ਲੜਨਾ ਪੋਲੀਟੀਕਲ ਸਟਰਕਚਰਲ ਸ਼ਿਫਟ ਲਈ ਪਊਗਾ। ਆਪਦੀ ਸਿਆਸਤ ਨਵੇਂ ਸਿਰਿਓਂ ਘੜਨੀ ਪਊਗੀ। ਅੱਛਾ ਸਰ, ਇਸੇ ਗੱਲ ਹੈ ਕਿ ਕਿਸਾਨੀ ਜਥੇਬੰਦੀ ਜਾਂ ਤੁਹਾਡੀ ਜਥੇਬੰਦੀ ਕੀ ਤੁਸੀਂ ਹੁਣ 2022 ਵਾਲੇ ਇਲੈਕਸ਼ਨ 'ਚ ਆਪਦੇ ਬੰਦੇ ਖਿਲਾਰੋਗੇ? ਨਹੀਂ ਜੀ, ਇਹ ਤਾਂ ਗੱਲ ਆਏ ਆ, ਇਹ ਤਾਂ ਸਾਡੇ ਕਿਸਾਨ ਜਿਹੜੇ ਆਗੂ ਆ ਜਾਂ ਹੋਰ ਜਿਹੜੇ ਸਾਡੇ ਸੂਝਵਾਨ, ਜਿਵੇਂ ਬਾਪੂ ਡਿਬਡਿਬਾ ਜੀ ਆ, ਹੋਰ ਬੜੇ ਸਾਡੇ ਸੂਝਵਾਨ ਬੰਦੇ ਆ ਸਾਰੇ, ਹਨਾ, ਉਹਨਾਂ ਨੇ ਫੈਸਲਾ ਕਰਨਾ। ਮੈਂ ਤਾਂ ਉਸ ਹਰ ਸ਼ਖਸ ਦੇ ਨਾਲ, ਹਰ ਜਥੇਬੰਦੀ ਦੇ ਨਾਲ ਆ, ਜਾਂ ਜਗਰਾਜ ਵੀ ਉਸ ਹਰ ਸ਼ਖਸ ਜਾਂ ਜਥੇਬੰਦੀ ਨਾਲ ਆ ਜਿਹੜੀ ਪੰਜਾਬ ਪ੍ਰਸਤ ਆ ਤੇ ਪੰਥ ਪ੍ਰਸਤ ਆ। ਠੀਕ ਹੈ ਜੀ। ਕੀ ਸਰ ਲੱਗਦਾ ਹੈ ਵੀ ਆਪਾਂ ਜਿਹੜਾ ਕਿਸਾਨ ਸੰਘਰਸ਼ ਦਿੱਲੀ ਤੋਂ ਜਿੱਤ ਕੇ ਵਾਪਸ ਆਵਾਂਗੇ? ਇਹਦਾ ਜਵਾਬ ਤਾਂ ਜਗਰਾਜ ਸਿੰਘ ਤੋਂ ਲਓ, ਸਾਡੇ ਸਿੰਘ ਸਾਹਿਬ ਤੋਂ ਲਓ ਜੀ ਇਹਦਾ ਜਵਾਬ। ਹਾਂਜੀ ਭਾਈ ਜੁਗਰਾਜ ਸਿੰਘ ਜੀ, ਇਸ ਤਰੀਕੇ ਦੇ ਨਾਲ ਹੁਣ ਬੈਠੀਆਂ ਆਪਣੀਆਂ ਜਥੇਬੰਦੀਆਂ ਦਾਅਵਾ ਕਰਦੀਆਂ ਵੀ ਜਿੱਤਾਂਗੇ, ਤੇ ਤੁਹਾਨੂੰ ਲੱਗਦਾ ਵੀ ਉਹ ਜਿੱਤ ਪ੍ਰਾਪਤ ਕਰਕੇ ਮੁੜਦੀਆਂ? ਦੇਖੋ ਜੀ, ਇਹਦਾ ਬਾਰੇ ਤਾਂ ਪਹਿਲਾਂ ਹੀ ਜਾਣਨਾ ਅਸੀਂ ਪਾ ਚੁੱਕੇ ਹਾਂ। ਜੇ ਜਿੱਤ ਪ੍ਰਾਪਤ ਕਰਨੀ ਹੁੰਦੀ ਤਾਂ ਉਦੋਂ ਸਾਡਾ ਸਟੈਂਡ ਲੈਂਦੇ। ਜੇ ਜਿੱਤ ਪ੍ਰਾਪਤ ਕਰਨੀ ਹੁੰਦੀ ਤਾਂ ਉਦੋਂ ਸਾਡਾ ਸਟੈਂਡ ਲੈਂਦੇ। ਹੁਣ ਗੁਰੂ ਮਹਾਰਾਜ ਦੀ ਕਿਰਪਾ ਨਾਲ ਅਸੀਂ, ਜਿਵੇਂ ਬਾਈ ਨੇ ਕਿਹਾ, ਗੁਰੂ ਦੇ ਅਧੀਨ ਚੱਲਾਂਗੇ, ਗੁਰੂ ਤੋਂ ਆਗਿਆ ਲੈ ਕੇ ਜਿੱਤ ਪ੍ਰਾਪਤ ਜ਼ਰੂਰ ਕਰਾਂਗੇ। ਇਹਨਾਂ ਕਾਮਰੇਡਾਂ ਤੋਂ ਜਿੱਤ ਤਾਂ ਨਹੀਂ ਹੋਣੀ, ਮੈਂ ਖੁਦ ਕਹਿੰਦਾ ਇਹਨਾਂ ਤੋਂ ਨਹੀਂ ਹੋਣੀ ਜਿੱਤ ਪ੍ਰਾਪਤ। ਇਹ ਤਾਂ ਖੁਦ ਆਪਣੀ ਇਲੈਕਸ਼ਨ 22 ਦੀ ਇਲੈਕਸ਼ਨ ਨੂੰ ਉਡੀਕ ਰਹੇ ਆ। ਪਰ ਪੰਜਾਬ ਦੇ ਨੌਜਵਾਨ ਤੁਹਾਨੂੰ ਬਹੁਤ ਚਾਹੁੰਦੇ ਨੇ, ਦਿਲੀ ਤੁਹਾਡਾ ਸਤਿਕਾਰ ਕਰਦੇ ਆ, ਪਰ ਤੁਹਾਡੀ ਉਡੀਕ ਵੀ ਕਰਦੇ ਆ ਵੀ ਕਿਤੇ ਨਾ ਕਿਤੇ ਨੌਜਵਾਨ ਨਿਤਰਨ ਤੇ ਅਸੀਂ ਇਹਨਾਂ ਦਾ ਸਾਥ ਦਈਏ। ਇੱਕ ਵਾਰੀ ਹਾਂ ਤਾਂ ਕਰਕੇ ਦੇਖੋ। ਹਾਂਜੀ ਹਾਂਜੀ, ਐਸਾ ਵੀ ਹੈ। ਹਾਂਜੀ, ਕੀ ਤੁਹਾਡਾ ਪਲਾਨ ਕੀ ਹੈ? ਬਿਲਕੁਲ ਜੀ, ਨੌਜਵਾਨ ਜਿਵੇਂ ਕਹਿਣਗੇ ਆਪਾਂ ਕੌਮ ਲਈ ਲੜਾਂਗੇ, ਸੰਘਰਸ਼ ਨੂੰ ਕਾਇਮ ਰੱਖਾਂਗੇ, ਜਿੱਤ ਪ੍ਰਾਪਤ ਜ਼ਰੂਰ ਕਰਾਂਗੇ। ਬਿਲਕੁਲ। ਹਾਂਜੀ ਦੀਪ ਸਿੱਧੂ ਵੀਰ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਲਗਜ਼ਰੀ ਲਾਈਫ ਛੱਡੀ ਹੈ, ਤੇ ਤੁਹਾਨੂੰ ਕਿਤੇ ਨਿਰਾਸ਼ਤਾ ਇਹਨਾਂ ਤੋਂ, ਤੁਸੀਂ ਜ਼ਾਹਰ ਵੀ ਕੀਤਾ ਵੀ ਬਹੁਤ ਨਿਰਾਸ਼ਤਾ ਆ ਸਾਨੂੰ ਵੀ ਇਹਨਾਂ ਤੋਂ, ਇਹਨਾਂ ਦਾ ਫਰਜ਼ ਬਣਦਾ ਸੀ ਵੀ ਗਲਵੱਕੜੀ ਚ ਲੈਂਦੇ। ਨਹੀਂ, ਉਹ ਦੇਖੋ, ਉਹ ਗੱਲਾਂ ਹੁਣ ਨਾ ਪਿੱਛੇ ਰਹਿ ਗਈਆਂ। ਅੱਜ ਫੇਰ ਅਸੀਂ ਉੱਥੇ ਹੀ ਖੜੇ ਆ ਜਿੱਤੇ ਅਸੀਂ ਜਿੱਤ ਕੇ ਆਉਣਾ। ਪਰ ਜਿਵੇਂ ਜੁਗਰਾਜ ਸਿੰਘ ਨੇ ਗੱਲ ਕਹੀ ਆ ਵੀ ਜਿੱਤ ਤਾਂ ਹੀ ਪ੍ਰਾਪਤ ਹੋਊ ਜੇ ਇਸ ਗੁਰੂ ਦੀ ਅਗਵਾਈ 'ਚ ਚੱਲੋਗੇ, ਜੇ ਗੁਰੂ ਮਹਾਰਾਜ ਨੂੰ ਅਰਦਾਸ ਕਰਕੇ ਤੁਰੋਗੇ ਤੇ ਉਸ ਹੁਕਮ ਨੂੰ ਪਛਾਣੋਗੇ। ਜਿੱਤ ਤਾਂ ਪ੍ਰਾਪਤ ਹੋਣੀ ਆ ਪੰਜਾਬ ਨੂੰ, ਇਸ ਧਰਤੀ ਨੂੰ, ਗੁਰੂ ਦੀ ਅਗਵਾਈ ਤੋਂ ਬਿਨਾ ਤੇ ਗੁਰੂ ਨੂੰ ਅਰਦਾਸ ਕਰੇ ਬਿਨਾ, ਉਹਦੇ ਤੋਂ ਭਰੋਸੇ ਤੋਂ ਬਿਨਾ ਜੇ ਅਸੀਂ ਕਹੀਏ ਅਸੀਂ ਜਿੱਤ ਜਾਾਂਗੇ, ਅਸੀਂ ਛਿੱਤਰ ਖਾਵਾਂਗੇ, ਅਸੀਂ ਜਿੱਤ ਨਹੀਂ ਸਕਦੇ।
ਭਾਈ ਜੁਗਰਾਜ ਸਿੰਘ ਜਿਨ੍ਹਾਂ ਨੇ 26 ਜਨਵਰੀ ਨੂੰ ਲਾਲ ਕਿਲ੍ਹੇ ਤੇ ਖਾਲਸਾਈ ਪਰਚਮ ਲਹਿਰਾਇਆ ਸੀ, ਉਹਨਾਂ ਨੂੰ ਦਿੱਲੀ ਦੀ ਕੋਰਟ ਨੇ ਪਰਮਾਨੈਂਟ ਬੇਲ ਦਿੱਤੀ ਹੈ। ਪਰਿਵਾਰ ਨੇ, ਨਗਰ ਵਾਸੀਆਂ ਨੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਅੱਜ ਸਮਾਗਮ ਕੀਤਾ ਹੈ, ਜਿਹਦੇ ਵਿੱਚ ਬਹੁਤ ਸਾਰੇ ਨਾਮਵਰ ਸ਼ਖਸੀਅਤਾਂ ਅਤੇ ਜਥੇਬੰਦੀਆਂ ਸ਼ਾਮਲ ਹੋਈਆਂ ਨੇ। ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕੀਤਾ ਕਿ ਉਹਨਾਂ ਨੂੰ ਐਂਟੀਸਪੇਟਰੀ ਬੇਲ ਮਿਲੀ ਤੇ ਫਿਰ ਉਸ ਤੋਂ ਬਾਅਦ ਉਹ ਜਿਹੜੀ ਐਂਟੀਸਪੇਟਰੀ ਬੇਲ ਸੀ ਉਹ ਪਰਮਾਨੈਂਟ ਬੇਲ ਦੇ ਵਿੱਚ ਟ੍ਰਾਂਸਫਰ ਹੋ ਗਈ। ਸਰ ਇਹ ਜਿਸ ਤਰ੍ਹਾਂ ਦੇ 26 ਜਨਵਰੀ ਨੂੰ ਝੰਡਾ ਚਲਾਇਆ ਸੀ ਕੇਸਰੀ ਨਿਸ਼ਾਨ ਦਿੱਲੀ ਦੇ, ਤੋਂ ਤੋਂ ਬਾਅਦ ਕਿਸਾਨ ਜਥੇਬੰਦੀਆਂ ਦੇ ਨਾਲ ਨਹੀਂ ਖਲੋਤੀ ਤੇ ਦਲ ਖਾਲਸਾ ਨੇ ਇਹਦਾ ਸਾਥ ਦਿੱਤਾ ਸੀ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਕਿਸਾਨ ਜਥੇਬੰਦੀਆਂ ਨੇ ਡਿਸਓਨ ਕੀਤਾ। ਉਹਨਾਂ ਨੇ ਇੱਕ ਡਰ ਦੇ ਵਿੱਚੋਂ, ਦਿੱਲੀ ਦੇ ਡਰ ਦੇ ਵਿੱਚੋਂ ਜਿਨ੍ਹਾਂ ਨੇ ਖਾਲਸਾਈ ਨਿਸ਼ਾਨ ਚਲਾਇਆ ਸੀ ਉਹਨਾਂ ਨੂੰ ਡਿਸਓਨ ਕੀਤਾ। ਇਹ ਉਹਨਾਂ ਦੀ ਸਭ ਤੋਂ ਵੱਡੀ ਬੁਜ਼ਦਲੀ ਤੇ ਕਮਜ਼ੋਰੀ ਹੈ, ਜਿਹਦੇ ਕਰਕੇ ਸਾਰਾ ਦਾ ਸਾਰਾ ਜਿਹੜਾ ਅੰਦੋਲਨ ਸੀ ਉਹ ਸਕਟਲ ਹੋ ਗਿਆ, ਉਹ ਪਿੱਛੇ ਪੈ ਗਿਆ। ਅਗਰ ਉਹ ਇਹਨਾਂ ਨੂੰ ਓਨ ਕਰ ਲੈਂਦੇ ਕਿ ਸਾਡੇ ਬੱਚੇ ਨੇ ਔਰ ਜਿਹੜਾ ਖਾਲਸਾਈ ਨਿਸ਼ਾਨ ਸਾਹਿਬ ਚਲਾਇਆ ਗਿਆ ਉਹਨੂੰ ਜਸਟੀਫਾਈ ਕਰਦੇ ਕਿ ਉਹ ਐਕਟ ਆਫ ਡਿਫਾਈਨੈਂਸ ਸੀ, ਐਕਟ ਆਫ ਬਰੇਵਰੀ ਸੀ, ਐਕਟ ਆਫ ਰਿਬੇਲੀਅਨ ਸੀ, ਤੇ ਮੈਨੂੰ ਲੱਗਦਾ ਹੈ ਕਿ ਅੰਦੋਲਨ ਨੂੰ ਉਹਦੇ ਨਾਲ ਸਟਰੈਂਥ ਮਿਲਦੀ, ਮਜ਼ਬੂਤੀ ਮਿਲਦੀ। ਪਰ ਉਹਨਾਂ ਨੇ ਡਿਸਓਨ ਕੀਤਾ, ਉਹਨਾਂ ਨੇ ਆਪਣੀ ਬੁਜ਼ਦਲੀ ਦਿਖਾਈ, ਆਪਣੇ ਬੱਚਿਆਂ ਨੂੰ ਡਿਸਓਨ ਕੀਤਾ, ਸਿਰਫ ਤੇ ਸਿਰਫ ਦਿੱਲੀ ਨੂੰ ਖੁਸ਼ ਕਰਨ ਲਈ, ਦਿੱਲੀ ਤੋਂ ਡਰਦੇ ਹੋਇਆ। ਔਰ ਉਹ ਇਹ ਨਹੀਂ ਜਾਣ ਸਕੇ, ਉਹਨਾਂ ਦੇ ਅੰਦਰ ਇਹ ਅੰਡਰਸਟੈਂਡਿੰਗ ਅੱਜ ਤੱਕ ਪੈਦਾ ਨਹੀਂ ਹੋ ਸਕੀ ਕਿ ਦਿੱਲੀ ਕਿਸੇ ਦੀ ਮਿੱਤ ਨਹੀਂ ਹੈ। ਦਿੱਲੀ ਫਿਰ ਵੀ ਉਹਨਾਂ ਨੂੰ 3 ਕਾਲੇ ਖੇਤੀ ਕਾਨੂੰਨ ਰੱਦ ਕਰਕੇ ਸਨਮਾਨਯੋਗ ਰਸਤਾ ਨਹੀਂ ਦੇ ਰਹੀ ਅੱਜ ਤੱਕ। ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਕਿਸਾਨ ਜਥੇਬੰਦੀਆਂ ਆਪਣਾ ਰਸਤਾ ਅਲੱਗ ਚੁਣ ਕੇ ਉਹ ਸੰਘਰਸ਼ ਜਿੱਤ ਲੈਣਗੀਆਂ? ਉਹ ਇੱਕ ਬਹੁਤ ਵੱਡਾ ਇਲੂਜਨ ਦੇ ਵਿੱਚ ਨੇ। ਜਥੇਬੰਦੀਆਂ ਅਜੇ ਤੱਕ ਜਿਹੜੀ ਇੱਕ ਸੱਚਾਈ ਹੈ ਕਿ ਉਹਨਾਂ ਨੇ ਇੱਕ ਦੇ ਹੈਵ ਮਿਸ ਦੀ ਬਸ, ਜਿਹਨੂੰ ਕਹਿੰਦੇ ਇੱਕ ਅਪਰਚੁਨਿਟੀ, ਇੱਕ ਮੌਕਾ ਗਵਾ ਲਿਆ, ਉਸ ਨੂੰ ਕਬੂਲ ਕਰਨ ਲਈ ਤਿਆਰ ਨਹੀਂ ਹੈ। ਜਦੋਂ ਉਹਨਾਂ ਨੇ ਪੂਰੇ ਦੇ ਪੂਰੇ ਝੰਡੇ ਚਲਾਉਣ ਵਾਲੇ ਨੌਜਵਾਨਾਂ ਨੂੰ ਡਿਸਓਨ ਕੀਤਾ ਤੇ ਦਲ ਖਾਲਸਾ ਨੇ ਇਹਨਾਂ ਨੂੰ ਓਨ ਕੀਤਾ। ਅਸੀਂ ਪੂਰੀ ਲੜਾਈ ਇਹਨਾਂ ਦੀ ਲੜੀ, ਇਹਨਾਂ ਨੂੰ ਪਹਿਲਾਂ ਐਂਟੀਸਪੇਟਰੀ ਬੇਲ ਲੈ ਕੇ ਦਿੱਤੀ, ਇਹਨਾਂ ਨੂੰ ਜੁਗਰਾਜ ਸਿੰਘ ਨੂੰ ਸੰਭਾਲਿਆ ਔਰ ਅੱਜ ਤੱਕ ਅਸੀਂ ਉਹਦੇ ਪਿੱਠ ਤੇ ਖੜੇ ਹਾਂ ਔਰ ਖਾਲਸਾ ਪੰਥ ਖੜ੍ਹਾ। ਅੱਜ ਅਸੀਂ ਉਹਨਾਂ ਨੂੰ ਦਲ ਖਾਲਸਾ ਵੱਲੋਂ ਸਨਮਾਨ ਵੀ ਕੀਤਾ ਔਰ ਅਸੀਂ ਸਮਝਦੇ ਹਾਂ ਕਿ ਇਹ ਇੱਕ ਨਾਇਕ ਦਾ ਕੰਮ ਸੀ, ਕਿਉਂਕਿ ਜਦੋਂ ਝੰਡਾ ਚਲਾਇਆ ਗਿਆ ਪੂਰੀ ਦੁਨੀਆ ਦੇ ਵਿੱਚ ਸਿੱਖ ਖੁਸ਼ ਹੋਇਆ, ਬਾਗੋ ਬਾਗ ਹੋਇਆ। ਔਰ ਪਹਿਲੀ ਗੱਲ ਜਿਹੜੀ ਉਹਦੇ ਮਨ ਦੇ ਵਿੱਚ ਆਈ, ਜਿਹੜੀ ਉਹਦੇ ਦਿਮਾਗ ਦੇ ਵਿੱਚ ਆਈ, ਉਹ ਸੀ ਕਿ ਸਿੱਖ ਇਤਿਹਾਸ ਮੁੜ ਜੁਗਰਾਜ ਸਿੰਘ ਨੇ ਦੁਹਰਾ ਦਿੱਤਾ ਹੈ। ਅੱਗੇ ਤੋਂ ਜੇ ਕੋਈ ਜੁਗਰਾਜ ਸਿੰਘ ਦੇ ਕੇਸ 'ਚ ਕੋਈ ਮੁਸ਼ਕਲ ਹੁੰਦੀ ਤਾਂ ਤੁਹਾਡੀ ਜਥੇਬੰਦੀ ਨੂੰ ਸਾਥ ਦਿੱਤਾ ਜਾਏਗਾ? ਅਸੀਂ ਸ਼ੁਰੂ ਤੋਂ ਹੀ ਉਹਦੇ ਨਾਲ ਆ, ਸਟਾਰਟ ਤੋਂ ਪਹਿਲੇ ਦਿਨ ਤੋਂ ਹੀ ਨਾਲ ਆ, ਅੱਜ ਵੀ ਨਾਲ ਆ, ਹਮੇਸ਼ਾ ਨਾਲ ਰਹਾਂਗੇ। ਹਾਲੇ ਤਾਂ ਸਾਡਾ ਇੱਕ ਪੜਾਅ ਅਸੀਂ ਪੂਰਾ ਕੀਤਾ ਸਿਰਫ ਬੇਲ ਦਾ। ਕੇਸ ਨੇ ਅਜੇ ਲੜਿਆ ਜਾਣਾ ਪੂਰਾ ਦਾ ਪੂਰਾ। ਔਰ ਮੈਂ ਸਮਝਦਾ ਕਿ ਇਸ ਕੇਸ ਦਾ ਜਿਹੜਾ ਸਬੰਧ ਹੈ, ਫੇਟ ਹੈ, ਉਹ ਕਿਸਾਨ ਅੰਦੋਲਨ ਦੇ ਨਾਲ ਜੁੜਿਆ। ਜੇ ਕਿਸਾਨ ਅੰਦੋਲਨ ਦਾ ਕੋਈ ਸਨਮਾਨਯੋਗ ਹੱਲ ਨਿਕਲਦਾ ਹੈ ਤੇ ਇਹ ਕੇਸ ਰੱਦ ਹੋਏਗਾ, ਨਹੀਂ ਤਾਂ ਸਰਕਾਰ ਜੁਡੀਸ਼ਰੀ ਰਾਹੀਂ, ਜੁਡੀਸ਼ਰੀ ਦੇ ਉੱਤੇ ਪ੍ਰਭਾਵ ਪਾ ਕੇ ਇਸ ਕੇਸ ਨੂੰ ਖਰਾਬ ਕਰ ਸਕਦੀ ਹੈ, ਇਹਨਾਂ ਨੌਜਵਾਨਾਂ ਦਾ ਭਵਿੱਖ ਖਰਾਬ ਕਰ ਸਕਦੀ ਹੈ। ਪੰਜਾਬ ਟੀਵੀ ਨਿਊਜ਼ ਲਾਈਵ ਦੇ ਲਈ ਭਿੱਖੀਵਿੰਡ ਤੋਂ ਕਵਲਜੀਤ ਸਿੰਘ ਵਾਦੀ ਰਿਪੋਰਟ।